ਇਹਨਾਂ ਨੇ ਗੁਰਮਤਾ ਕੀਤਾ ਕਿ ਆਪਾਂ ਵੀ ਟਰਾਲੀ ਦੇ ਵਿੱਚ ਕਿਉਂ ਨਾ ਏਸੀ ਲਾਈਏ। ਇਹ ਆਂਦੇ ਇੱਕ ਨਹੀਂ ਫਿਰ ਦੋ ਏਸੀ ਲਾ ਕੇ ਚੱਲਾਂਗੇ। ਹੁਣ ਵੇਖੋ ਜੀ 2 ਏਸੀ ਆ, ਚਾਰਜਿੰਗ ਆ, ਪਲੱਗ ਆ, ਮੱਛਰਦਾਨੀ ਆ, ਪੱਖੇ ਆ, ਹਰ ਇੱਕ ਸਹੂਲਤ ਜਿਹੜੀ ਟਰਾਲੀ ਦੇ ਵਿੱਚ ਲੈ ਕੇ ਚੱਲੇ ਆ। ਤਾਂ ਜੋ ਅਸੀਂ ਇਹ ਨਾ ਸੋਚੀਏ ਕਿ ਜਿਹੜੇ ਟਰਾਲੀ ਦੇ ਵਿੱਚ ਹੀ 10 ਬੰਦੇ ਰਹਿਣੇ ਉਹਨਾਂ ਦਾ ਪ੍ਰਬੰਧ ਹੈ। ਨਹੀਂ, ਨਾਲ ਤਰਪਾਲਾਂ ਲਈਆਂ 2 ਏਸੀਆਂ ਦਾ ਕਰਨੇ ਆ ਕਿ ਦੂਰ ਤੱਕ ਤਰਪਾਲ ਵਿਛਾ ਕੇ ਏਸੀ ਲਾ ਕੇ ਛੱਡਾਂਗੇ ਜਿਹੜੇ ਨਾਲ 50 ਬੰਦੇ ਹੋਰ ਉੱਥੇ ਰਹਿ ਸਕਣ। ਅਸੀਂ ਜਦੋਂ ਘਰਾਂ ਦੇ ਆਪਣੇ ਦਰਵਾਜ਼ੇ ਬੰਦ ਕਰਕੇ ਸਾਰਾ ਪਰਿਵਾਰਾਂ ਸਮੇਤ ਅਸੀਂ ਦਿੱਲੀ ਜਾ ਰਹੇ ਹਾਂ। ਇਸ ਕਰਕੇ ਜਿਹੜੇ ਏਸੀ ਆ ਜਾਂ ਪੱਖੇ ਆ ਜਾਂ ਇਨਵੈਟਰ ਆ 8-8 ਪਲੱਗ ਲਾਏ ਆ, ਉਹ ਜੋ ਸਾਰਾ ਪ੍ਰਬੰਧ ਕਰਕੇ ਜਾ ਰਹੇ ਹਾਂ। ਤੇ ਏਸੀ ਵੀ ਇਸੇ ਕਰਕੇ ਕਰ ਰਹੇ ਆ ਵੀ ਜੇ ਸਾਡੇ ਬਜ਼ੁਰਗਾਂ ਨੂੰ ਕਿਸੇ ਕਿਸਮ ਦੀ ਕੋਈ ਗਰਮੀ ਨਾ ਲੱਗੇ। ਜੇ ਲੋੜ ਅਨੁਸਾਰ ਆ ਤਾਂ ਪੱਖਾ ਚਲਾ ਲਵਾਂਗੇ, ਜੇ ਲੋੜ ਹੋਊਗੀ ਤਾਂ ਅਸੀਂ ਏਸੀ ਚਲਾਵਾਂਗੇ ਤੇ ਸਾਡੇ ਬਜ਼ੁਰਗਾਂ ਨੂੰ, ਸਾਡੇ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦੀ ਉੱਥੇ ਕੋਈ ਪਰੇਸ਼ਾਨੀ ਨਾ ਆਵੇ। ਜੇਕਰ ਆਪਾਂ ਇਹ ਮੋਰਚਾ ਹਾਰ ਕੇ ਰੱਬ ਨਾ ਕਰੇ, ਜੇਕਰ ਮੋਰਚਾ ਹਾਰ ਜਾਂਦੇ ਆ ਤੇ ਸਾਡੇ ਮੇਲੇ ਨਹੀਂ ਲੱਗਣੇ। ਕਿਉਂ ਨਾ ਅਸੀਂ ਐਤਕੀ ਤਿਆਰੀ ਜਿਹੜੀ ਆ ਮੇਲੇ ਨੂੰ ਤੇ ਜਾਣਾ ਹੀ ਜਾਣਾ ਵਾ ਕਿ ਅਨੰਦਪੁਰ ਸਾਹਿਬ ਤੋਂ ਹੋ ਕੇ ਸਿੱਧਾ ਦਿੱਲੀ ਨੂੰ ਚਾਲੇ ਪਾ ਦਈਏ। ਇਸੇ ਤਰ੍ਹਾਂ ਹੀ ਸਾਡਾ ਜਿਹੜੀਆਂ ਟਰਾਲੀ ਤਿਆਰ ਕਰਕੇ ਲੈ ਕੇ ਜਾਣ ਦਾ ਮਕਸਦ ਵੀ ਇਹੀ ਆ। ਜੇ ਆਪਾਂ ਮੇਲਿਆਂ ਨੂੰ ਟਰਾਲੀਆਂ ਤਿਆਰ ਕਰਕੇ ਲੈ ਕੇ ਜਾ ਸਕਦੇ ਆ ਤੇ ਕਿਉਂ ਨਾ ਆਪਣੇ ਵਜੂਦ ਨੂੰ ਬਚਾਉਣ ਵਾਸਤੇ ਵੀ ਇਸੇ ਤਰ੍ਹਾਂ ਟਰਾਲੀ ਜਿਹੜੀ ਆ ਤਿਆਰ ਕਰਕੇ ਦਿੱਲੀ ਲੈ ਕੇ ਜਾਈਏ। ਸਾਡੇ ਕਿਸਾਨਾਂ ਨੇ, ਸਾਡੇ ਨੌਜਵਾਨ ਨੇ, ਸਾਡੇ ਹਰਿਆਣੇ ਵਾਲੇ ਭਰਾਵਾਂ ਨੇ ਕਿ ਸਾਡੇ ਜਿੰਨੇ ਆਲ ਵਰਲਡ ਦੇ ਜਿੰਨੇ ਸਾਡੇ ਕਿਸਾਨ ਭਾਰਤ ਦੇ ਜਿਹੜੇ ਆ ਉਹਨਾਂ ਸਾਰਿਆਂ ਨੇ ਪਾਣੀ ਕੀ ਸਾਨੂੰ ਦੁੱਧ ਦੇ ਸਮੁੰਦਰ ਨਦੀਆਂ ਵਗਾ ਛੱਡੀਆਂ। ਇਹ ਦੇਸੀ ਘਿਓ ਦੀਆਂ ਤੇ ਹਰ ਚੀਜ਼ ਦੇ ਪਦਾਰਥ ਚੱਲਣ ਡਏ। ਹੁਣ ਵੀ ਦੇਸੀ ਘਿਓ ਦੇ ਹਰ ਚੀਜ਼ ਉੱਥੇ ਬਣ ਰਹੀ ਆ। ਗਰਮੀ ਤੋਂ ਬਚਣ ਲਈ ਵੱਡੀ ਤਾਦਾਦ ਵਿੱਚ ਜਿਹੜੇ ਆ ਕਿਸਾਨ ਵੀਰ ਨੇ ਚੱਬਾ ਵਿਖੇ ਅੰਮ੍ਰਿਤਸਰ ਜਿਹੜਾ ਪਿੰਡ ਆ ਉੱਥੋਂ ਜਿਹੜੀਆਂ ਤਿਆਰੀ ਕੀਤੀ ਜਾ ਰਹੀਆਂ ਵਾ। ਤੁਸੀਂ ਦੇਖਿਆ ਤਸਵੀਰਾਂ ਕਿਸ ਤਰ੍ਹਾਂ ਟਰਾਲੀਆਂ ਵਿੱਚ ਜਿਹੜੇ ਏਸੀ ਲਗਾ ਦਿੱਤੇ ਗਏ ਨੇ ਅਤੇ ਤੁਸੀਂ ਦੇਖਿਆ ਕਿਸ ਤਰ੍ਹਾਂ ਏਸੀ, ਮੱਛਰਦਾਨੀ ਅਤੇ ਪਾਣੀ ਜਿਹੜੀਆਂ ਪੀਣ ਦੀਆਂ ਬੋਤਲਾਂ ਹੋਰ ਜਿਹੜਾ ਇੰਤਜ਼ਾਮ ਕੀਤੇ ਗਏ ਨੇ। ਤੇ ਕਿਸਾਨ ਆਗੂ ਸਾਡੇ ਨਾਲ ਨੇ, ਨੌਜਵਾਨ ਗੱਲਬਾਤ ਕਰਦੇ ਆ ਵੀ ਜੀ ਕਿਸ ਤਰ੍ਹਾਂ ਜਹਨ ਚ ਆਇਆ ਜਿਹੜੀਆਂ ਏਸੀ ਜਿਹੜੇ ਲਗਾਏ ਗਏ ਆ ਟਰਾਲੀਆਂ 'ਚ, ਕੀ ਕਹਿਣਾ ਚਾਹੋਗੇ? ਦੇਖੋ ਜੀ, ਏਸੀ ਲਾਉਣਾ ਜਾਂ ਇਹੋ ਜਿਹੇ ਕੰਮ ਕਰਨਾ ਇਹ ਨੌਜਵਾਨਾਂ ਨੂੰ ਇਸ ਚੀਜ਼ ਦੇ ਪ੍ਰਤੀ ਹੋਰ ਪ੍ਰਫੁੱਲਿਤ ਕਰਨਾ ਹੁੰਦਾ। ਉਹਨਾਂ ਦੇ ਵਿੱਚ ਉਤਸ਼ਾਹ ਵਧੇ ਵੀ ਚੱਬੇ ਪਿੰਡ ਦੇ ਵਿੱਚੋਂ ਜਾਂ ਕਿਸੇ ਪਿੰਡ ਦੇ ਵਿੱਚੋਂ ਟਰਾਲੀ ਏਸੀ ਲਾ ਕੇ ਗਏ ਆ ਤੇ ਉਹਨਾਂ ਦੀ ਖਬਰ ਚੈਨਲ ਤੇ ਆਈ ਆ ਵੀ ਅਸੀਂ ਵੀ ਏਸੀ ਲਾ ਕੇ ਜਾਈਏ। ਉੱਦਾਂ ਟਰਾਲੀਆਂ ਸਭ ਜਾ ਰਹੀਆਂ ਨੇ, ਲੋਕ ਪੱਖੇ ਲਾ ਰਹੇ ਨੇ, ਏਸੀ ਲਾ ਰਹੇ ਨੇ, ਲਗਜ਼ਰੀ ਟਰਾਲੀਆਂ ਤਿਆਰ ਕਰ ਰਹੇ ਨੇ। ਅਸੀਂ ਵੀ YouTube ਤੇ ਵੇਖਿਆ ਇੱਕ ਲਗਜ਼ਰੀ ਟਰਾਲੀ ਤਿਆਰ ਹੋ ਰਹੀ ਆ। ਪ੍ਰਧਾਨ ਸਾਹਿਬ ਹੁਣ ਆਪਸ ਦੇ ਵਿੱਚ ਇਹਨਾਂ ਨੇ ਗੁਰਮਤਾ ਕੀਤਾ ਕਿ ਆਪਾਂ ਵੀ ਟਰਾਲੀ ਦੇ ਵਿੱਚ ਕਿਉਂ ਨਾ ਏਸੀ ਲਾਈਏ। ਇਹ ਆਂਦੇ ਇੱਕ ਨਹੀਂ ਫਿਰ ਦੋ ਏਸੀ ਲਾ ਕੇ ਚੱਲਾਂਗੇ। ਹੁਣ ਵੇਖੋ ਜੀ 2 ਏਸੀ ਆ, ਚਾਰਜਿੰਗ ਆ, ਪਲੱਗ ਆ, ਮੱਛਰਦਾਨੀ ਆ, ਪੱਖੇ ਆ, ਹਰ ਇੱਕ ਸਹੂਲਤ ਜਿਹੜੀ ਟਰਾਲੀ ਦੇ ਵਿੱਚ ਲੈ ਕੇ ਚੱਲੇ ਆ। ਤਾਂ ਜੋ ਅਸੀਂ ਇਹ ਨਾ ਸੋਚੀਏ ਕਿ ਜਿਹੜੇ ਟਰਾਲੀ ਦੇ ਵਿੱਚ ਹੀ 10 ਬੰਦੇ ਰਹਿਣੇ ਉਹਨਾਂ ਦਾ ਪ੍ਰਬੰਧ ਹੈ। ਨਹੀਂ, ਨਾਲ ਤਰਪਾਲਾਂ ਲਈਆਂ 2 ਏਸੀਆਂ ਦਾ ਕਰਨੇ ਆ ਕਿ ਦੂਰ ਤੱਕ ਤਰਪਾਲ ਵਿਛਾ ਕੇ ਏਸੀ ਲਾ ਕੇ ਛੱਡਾਂਗੇ ਜਿਹੜੇ ਨਾਲ 50 ਬੰਦੇ ਹੋਰ ਉੱਥੇ ਰਹਿ ਸਕਣ। ਪਰ ਕੀ ਕਹਿਣਾ ਚਾਹੋਗੇ ਭਾਜਪਾ ਜਿਹੜੇ ਕਾਰਜਕਰਤਾ ਨੇ ਅੱਗੇ ਜਿਹੜੇ ਸਾਡੇ ਕਿਸਾਨ ਵੀਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਭਾਜਪਾ ਵਾਲੇ ਕਹਿੰਦੇ ਵੀ ਉਹ ਉੱਥੇ ਧਰਨਾ ਨਹੀਂ ਲਾ ਰਹੇ ਕਿਸਾਨ, ਉੱਥੇ ਪਿਕਰੀ ਮਨਾਉਣਗੇ ਤੇ ਤੁਸੀਂ ਹੁਣ ਏਸੀ ਲਾ ਲਏ 2 ਉਹਨਾਂ ਦਾ ਕਹਿਣਾ ਵਾਕਈ ਏਸੀ ਜਿਹੜੀ ਹੈ ਪਿਕਰੀ ਮਨਾਉਣ ਚੱਲੇ ਆ ਕਿਸਾਨ। ਵੇਖੋ ਜੀ, ਇਹ ਪੰਜਾਬੀਆਂ ਦੀ ਕਹਾਵਤ ਆ, ਸੜਦੇ ਨੂੰ ਹੋਰ ਸਾੜੋ। ਸਾੜਨਾ ਅਸੀਂ ਸਾੜ ਵੀ ਰਹੇ ਆ ਤੇ ਗੋਡਾ ਵੀ ਧੌਣ ਤੇ ਰੱਖਿਆ। ਪੂਰੀ ਦੁਨੀਆ ਦੇ ਵਿੱਚ ਜਿਹੜਾ ਵਾ ਇਹਨਾਂ ਦੀ ਥੂ ਹੋ ਰਹੀ ਆ, ਬਖਤੋਈ ਹੋ ਰਹੀ ਆ। ਹਰ ਦੇਸ਼ ਦੇ ਵਿੱਚੋਂ ਜਿਹੜੇ ਆ ਉੱਥੋਂ ਦੇ ਪਬਲਿਕਸਿਟੀ ਆ, ਜਿਹੜੇ ਉੱਥੋਂ ਦੇ ਪ੍ਰਸਿੱਧ ਫਿਲਮੀ ਅਦਾਕਾਰ ਆ ਜਾਂ ਕਿਸੇ ਵੀ ਸੰਬੰਧ ਗੇਮ ਦੇ ਨਾਲ ਸੰਬੰਧ ਰੱਖਦੇ ਆ, ਉਹ ਕਿਸਾਨਾਂ ਦੇ ਹੱਕ ਦੇ ਵਿੱਚ ਦਾ ਨਾਰਾ ਮਾਰ ਰਹੇ ਆ। ਤੇ ਇਹ ਜਿਹੜੀ ਚੀਜ਼ ਹੈ ਕਿਸਾਨਾਂ ਦੇ ਲਈ ਪ੍ਰਤੀ ਸੰਜੀਵਨੀ ਬੂਟੀ ਦਾ ਕੰਮ ਕਰ ਰਹੇ ਆ। ਜਿਵੇਂ ਪਿੰਡਾਂ ਦੇ ਵਿੱਚੋਂ ਟਰਾਲੀਆਂ ਜਾਣੀਆਂ, ਏਸੀ ਲਾ ਕੇ ਜਾਣਾ, ਨੌਜਵਾਨਾਂ ਦੇ ਵਿੱਚ ਇਸ ਪ੍ਰਤੀ ਹੋਰ ਉਤਸ਼ਾਹ ਵੱਧਦਾ। ਜਾਂ ਪਹਿਲਾਂ ਇਹ ਸੀਗਾ ਕਿ ਕੋਈ ਫੇਸਬੁੱਕ ਤੇ ਜਾ ਕੇ ਫੋਟੋ ਪਾ ਦਿੰਦਾ ਸੀਗਾ ਵੀ ਮੈਂ ਦਿੱਲੀ ਸੰਘਰਸ਼ ਤੇ ਪਹੁੰਚ ਗਿਆ, ਉਹਦੇ ਥੱਲੇ ਕਮੈਂਟ ਆਉਣੇ ਤੇ ਫਿਰ ਜਿਹੜਾ ਵੇਖਦਾ ਸੀ ਉਹਦੇ ਦਿਲ 'ਚ ਹੁੰਦਾ ਸੀਗਾ ਕਿ ਹੁਣ ਯਾਰ ਮੈਂ ਵੀ ਦਿੱਲੀ ਸੰਘਰਸ਼ ਤੇ ਜਾਵਾਂ। ਇਸ ਤਰ੍ਹਾਂ ਜਿਹੜਾ ਉਤਸ਼ਾਹ ਵੱਧਦਾ ਗਿਆ। ਅੱਜ ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਇਕੱਠਾ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਜਿੱਤ ਦੇ
ਬਹੁਤ ਹੀ ਜ਼ਿਆਦਾ ਕਰੀਬ ਆ। ਪਰ ਜਿਹੜਾ ਕੱਲ ਨੂੰ ਜਥਾ ਚੱਲਣਾ ਉਹਨੇ ਜਿਹੜਾ ਵਾ ਹੋਰ ਮੋਦੀ ਸਰਕਾਰ ਹਿਲਾ ਕੇ ਰੱਖ ਦੇਣੀ ਆ। ਇਹ ਵੀ ਟਰਾਲੀ ਜਿਹੜੀ ਉਸੇ ਜਥੇ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ 5 ਤਰੀਕ ਨੂੰ ਗੋਲਡਨ ਗੇਟ ਤੋਂ ਜਿਹੜਾ ਜਥਾ ਚੱਲ ਰਿਹਾ ਕੱਲ ਨੂੰ 7 ਵਜੇ ਸੈਂਕੜੇ ਟਰਾਲੀਆਂ ਦੇ ਵਿੱਚ ਸਾਡੀ ਟਰਾਲੀ ਵੀ ਜਿਹੜੀ ਆ ਇੱਕ ਆਕਰਸ਼ਿਤ ਦਾ ਕੇਂਦਰ ਬਣੂਗੀ। ਇਸ ਟਰਾਲੀ ਵਾਲ ਵੇਖ ਕੇ ਹੋਰ ਨੌਜਵਾਨ ਆਪਣੀਆਂ ਟਰਾਲੀਆਂ ਤਿਆਰ ਕਰਕੇ ਜਿਹੜਾ ਦਿੱਲੀ ਵੱਲ ਆਉਣਗੇ। ਕੀ ਕਹਿਣਾ ਚਾਹੋਗੇ? ਅਕਸਰ ਪੰਜਾਬ ਵਿੱਚ ਦੇਖਿਆ ਜਾਂਦਾ ਸੀ ਵੀ ਟਰਾਲੀਆਂ ਦੇ ਲੋਕ ਏਸੀ ਲਾ ਕੇ ਜਾਂ ਹੋਰ ਤਰ੍ਹਾਂ ਜਿਹੜੇ ਮੇਲੇ ਵਿੰਦੇ ਸੀ ਜਾ ਕੇ ਪਿੰਡਾਂ ਵਿੱਚ ਜਿਹੜੇ ਮੇਲੇ ਲੱਗਦੇ ਹੁੰਦੇ ਸੀ। ਕੀ ਲੱਗਦਾ ਵੀ ਵੱਡੀ ਤਾਦਾਦ ਵਿੱਚ ਜਿਹੜੇ ਕਿਸਾਨ ਆਗੂ ਵੀ ਜਾ ਕੇ ਜਿਹੜਾ ਆਪਣਾ ਇਸ ਤਰ੍ਹਾਂ ਉੱਥੇ ਦਿੱਲੀ 'ਚ ਰੋਡ ਪ੍ਰਦਰਸ਼ਨ ਕਰਨ ਜਾ ਰਹੇ ਹੋ? ਕੀ ਕਹਿਣਾ ਚਾਹੋਗੇ? ਵੇਖੋ ਜੀ, ਪਹਿਲਾਂ ਆਨੰਦਪੁਰ ਸਾਹਿਬ ਨੂੰ ਟਰਾਲੀ ਜਾਂਦੀ ਸੀਗਾ, ਸਾਡੇ ਪਿੰਡ ਦੇ ਵਿੱਚੋਂ ਵੀ ਟਰਾਲੀ ਜਾਂਦੀ ਸੀਗੀ, ਪੱਖੇ ਏਸੀ ਹਰ ਇੱਕ ਚੀਜ਼ ਜਿਹੜੀ ਆ ਲੈ ਕੇ ਜਾਂਦੇ ਸੀਗਾ। ਜਾਂ ਤਰਸਿੱਕੇ ਦੇ ਲਾਗੋਂ ਖਜਾਲਾ ਪਿੰਡ ਆ ਜਾਂ ਤਰਸਿੱਕਾ, ਸ਼ਾਇਦ ਤਰਸਿੱਕੇ ਏਰੀਏ ਦੇ ਨੌਜਵਾਨ ਸੀਗੇ ਜਿਹੜੇ ਟਰਾਲੀ ਲੈ ਕੇ ਜਾਂਦੇ ਸੀ ਤੇ ਆ ਕੇ ਲੋਕ ਕਹਿੰਦੇ ਸੀ ਵੀ ਆਨੰਦਪੁਰ ਸਾਹਿਬ ਉਹ ਟਰਾਲੀ ਪਹਿਲੇ ਨੰਬਰ ਤੇ ਰਹੀ, ਉਹਨਾਂ ਬਹੁਤ ਸੋਹਣਾ ਸ਼ਿੰਗਾਰ ਕੀਤਾ। ਪਰ ਸਾਡੇ ਆਗੂਆਂ ਦੀ ਸੋਚ ਆ ਵੀ ਜਿਵੇਂ ਆਪਾਂ ਮੇਲਿਆਂ ਨੂੰ ਜਾਂਦੇ ਆ, ਜੇਕਰ ਆਪਾਂ ਇਹ ਮੋਰਚਾ ਹਾਰ ਗਏ, ਰੱਬ ਨਾ ਕਰੇ ਜੇਕਰ ਮੋਰਚਾ ਹਾਰ ਜਾਂਦੇ ਆ ਤੇ ਸਾਡੇ ਮੇਲੇ ਨਹੀਂ ਲੱਗਣੇ। ਕਿਉਂ ਨਾ ਅਸੀਂ ਯਾਰ ਕੀ ਤਿਆਰੀ ਜਿਹੜੀ ਆ ਮੇਲੇ ਨੂੰ ਤੇ ਜਾਣਾ ਹੀ ਜਾਣਾ ਵਾ, ਆਨੰਦਪੁਰ ਸਾਹਿਬ ਤੋਂ ਹੋ ਕੇ ਸਿੱਧਾ ਦਿੱਲੀ ਨੂੰ ਹੀ ਚਾਲੇ ਪਾ ਦਈਏ। ਇਸੇ ਤਰ੍ਹਾਂ ਹੀ ਸਾਡਾ ਜਿਹੜੀਆਂ ਟਰਾਲੀ ਤਿਆਰ ਕਰਕੇ ਲੈ ਕੇ ਜਾਣ ਦਾ ਮਕਸਦ ਵੀ ਇਹੀ ਆ। ਜੇ ਆਪਾਂ ਮੇਲਿਆਂ ਨੂੰ ਟਰਾਲੀਆਂ ਤਿਆਰ ਕਰਕੇ ਲੈ ਕੇ ਜਾ ਸਕਦੇ ਆ ਤੇ ਕਿਉਂ ਨਾ ਆਪਣੇ ਵਜੂਦ ਨੂੰ ਬਚਾਉਣ ਵਾਸਤੇ ਵੀ ਇਸੇ ਤਰ੍ਹਾਂ ਟਰਾਲੀ ਜਿਹੜੀ ਆ ਤਿਆਰ ਕਰਕੇ ਦਿੱਲੀ ਲੈ ਕੇ ਜਾਈਏ। ਕੀ ਕਹਿਣਾ ਚਾਹੋਗੇ? ਫਿਲਮੀ ਅਦਾਕਾਰ ਜਿਹੜੇ ਨੇ ਬਾਲੀਵੁੱਡ ਦੇ ਸਟਾਰ, ਉਹ ਹਮੇਸ਼ਾ ਹੀ ਜਿਹੜੀ ਆ ਪੰਜਾਬੀ ਕਿਰਦਾਰ ਵਿੱਚ ਜਿਹੜਾ ਰੋਲ ਕਰਦੇ ਨੇ, ਪੰਜਾਬੀਆਂ ਦਾ ਜਿਹੜਾ ਦੱਸਦੇ ਨੇ ਵੀ ਅਸੀਂ ਪੰਜਾਬੀ ਦੇ ਆ, ਖਾਸ ਕਰਕੇ ਪੰਜਾਬੀਆਂ ਜਿਹੜੀ ਸਰਦਾਰ ਜਿਹੜੀ ਪਗੜੀ ਆ ਉਹਦੀ ਬੜੀਆਂ ਫਿਲਮਾਂ ਪ੍ਰਦਰਸ਼ਨ ਕਰਦੇ ਨੇ। ਕੀ ਲੱਗਦਾ ਨਹੀਂ ਅੱਜ ਜਿਹੜੇ ਲੋੜ ਆ ਪੰਜਾਬੀਆਂ ਨੂੰ ਇਹਨਾਂ ਕਲਾਕਾਰਾਂ ਜਾਂ ਇਹਨਾਂ ਲੱਗਦਾ ਨਹੀਂ ਵੀ ਉਹ ਦਿਖਾਈ ਨਹੀਂ ਦੇ ਰਹੇ ਕਿਤੇ? ਵੇਖੋ ਜੀ, ਜਿਹੜੇ ਦਿਖਾਈ ਨਹੀਂ ਦੇ ਰਹੇ ਉਹਨਾਂ ਦਾ ਆਲਰੇਡੀ ਜਿਹੜਾ ਵਿਰੋਧ ਪ੍ਰਦਰਸ਼ਨ ਜਾਰੀ ਹੋ ਚੁੱਕਾ। ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਅਜੇ ਦੇਵਗਨ ਦਾ ਇੱਕ ਸਿੱਖ ਨੌਜਵਾਨ ਨੇ ਉਹਦੀ ਗੱਡੀ ਦੇ ਮੂਹਰੇ ਖੜ ਕੇ ਉਹਦਾ ਵਿਰੋਧ ਕੀਤਾ, ਉਹਨੂੰ ਚੁੱਕ ਕੇ ਜੇਲ੍ਹ 'ਚ ਸੁੱਟਤਾ, ਸਿਰਸਾ ਸਾਹਿਬ ਨੇ ਉਹਨੂੰ ਛਡਾ ਲਿਆ। ਜਿਹਨੇ ਵਿਰੋਧ ਕੀਤਾ ਉਹਨੂੰ ਵੀ ਲੋਕਾਂ ਨੇ ਫਰਸ਼ ਤੋਂ ਅਰਸ਼ਾਂ ਤੇ ਪਹੁੰਚਾ ਦਿੱਤਾ। ਹੁਣ ਸਾਡੇ ਦਿਲ ਦੇ ਵਿੱਚ ਵੀ ਇਹ ਜਨੂਨ ਆ ਵੀ ਪਰਵਾਹ ਹੀ ਕੋਈ ਨਹੀਂ ਕਰਨੀ, ਉਹਨੂੰ ਜੇਲ੍ਹ 'ਚ ਸੁੱਟਿਆ ਤੇ ਸਾਡੇ ਆਗੂਆਂ ਨੇ ਛਡਾ ਲਿਆ ਵਾ। ਸਾਡੀ ਨਿਗਾਹ ਦੇ ਵਿੱਚ ਵੀ ਕੋਈ ਉਹੋ ਜਿਹਾ ਪਬਲਿਸਿਟੀ ਟੱਕਰਦਾ ਅਸੀਂ ਵੀ ਉਹਦਾ ਡਟ ਕੇ ਵਿਰੋਧ ਕਰਾਂਗੇ। ਪਰਵਾਹ ਨਹੀਂ ਹੋਣੀ ਵੀ ਜੇਲ੍ਹ 'ਚ ਸੁੱਟ ਦੇਣਗੇ, ਪਰਚਾ ਪਾ ਦੇਣਗੇ, ਕੋਈ ਗੱਲ ਨਹੀਂ। ਸੰਘਰਸ਼ ਦੇ ਵਿੱਚ ਸਾਡਾ ਨਾਮ ਵੀ ਲਿਖਿਆ ਜਾਣਾ। ਸੰਘਰਸ਼ ਦੇ ਵਿੱਚ ਆਲਰੇਡੀ ਸਾਡੇ ਸਹਿਯੋਗ ਚੱਲ ਰਿਹਾ, ਪਰ ਸਾਨੂੰ ਪਰਚਿਆਂ ਦੀ ਪਰਵਾਹ ਨਹੀਂ, ਚਾਹੇ ਘਰੋਂ ਚੱਕ ਕੇ ਲੈ ਜਾਣ। ਪਰ ਮੱਥਾ ਜਿਹੜਾ ਮੋਦੀ ਸਰਕਾਰ ਨੇ ਐਵੇਂ ਲਾਇਆ। ਪਰ ਫਿਲਮੀ ਸਿਤਾਰਿਆਂ ਦੀ ਤੁਸੀਂ ਗੱਲ ਕੀਤੀ ਆ, ਉਹਨਾਂ ਨੇ ਸਿਰ ਤੇ ਦਸਤਾਰ ਬੰਨ੍ਹਣੀ, ਨਕਲੀ ਸਰਦਾਰ ਬਣ ਕੇ ਪੰਜਾਬੀਆਂ ਦੇ ਸਿਰਾਂ ਤੋਂ ਪੈਸਾ ਕਮਾਇਆ ਤੇ ਅੱਜ ਜਦੋਂ ਪੰਜਾਬੀਆਂ ਦਾ ਸਾਥ ਦੇਣ ਦੀ ਵਾਰੀ ਆਈ ਤੇ ਅੱਜ ਉਹ ਭਿੱਜੀ ਬਿੱਲੀ ਦੀ ਤਰ੍ਹਾਂ ਬਣ ਕੇ ਬਹਿ ਗਏ ਆ। ਪਰ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਡਟ ਕੇ। ਅਸੀਂ ਆਲਰੇਡੀ ਸਾਡੀਆਂ ਜਥੇਬੰਦੀਆਂ ਮੰਚ ਤੋਂ ਫੇਸਬੁੱਕ ਤੇ ਹਰ ਸੋਸ਼ਲ ਮੀਡੀਆ ਤੇ ਐਲਾਨ ਕਰ ਚੁੱਕੇ ਆ ਕਿ ਪੰਜਾਬ ਹਰਿਆਣੇ ਦੇ ਵਿੱਚ ਕਿਸੇ ਵੀ ਪਬਲਿਸਿਟੀ ਦੀ ਅਸੀਂ ਜਿਹੜੀ ਆ ਸ਼ੂਟਿੰਗ ਨਹੀਂ ਹੋਣ ਦੇਵਾਂਗੇ। ਉਹ ਪੰਜਾਬ ਦਾ ਰੁੱਖ ਨਾ ਕਰਨ, ਬਾਅਦ 'ਚ ਨਾ ਕਹਿਣ ਕਿ ਇਹਨਾਂ ਨੇ ਸਾਨੂੰ ਡੰਡੇ ਮਾਰ ਕੇ ਭਜਾਇਆ। ਕੀ ਕਹਿਣਾ ਚਾਹੋਗੇ 26 ਜਨਵਰੀ ਤੋਂ ਬਾਅਦ ਕਿੰਨਾ ਕੁ ਜਿਹੜਾ ਸੰਘਰਸ਼ ਆ, ਕਿਉਂਕਿ ਮੋਦੀ ਸਰਕਾਰ ਵੱਲੋਂ ਕਿਹਾ ਜਾਂਦਾ ਜਾਂ ਲੋਕਾਂ ਵੱਲੋਂ ਕਿਹਾ ਜਾਂਦਾ ਵੀ ਸੰਘਰਸ਼ ਕਮਜ਼ੋਰ ਹੋ ਗਿਆ ਵਾ, ਕੀ ਕਹਿਣਾ ਚਾਹੋਗੇ ਤੁਸੀਂ ਉਸ ਟਾਈਮ ਤੇ ਲੈ ਕੇ? ਇਹ ਮੋਦੀ ਸਰਕਾਰ ਦੇ ਕਹਿਣ ਤੇ ਸੰਘਰਸ਼ ਕਮਜ਼ੋਰ ਆ। ਮੋਦੀ ਸਰਕਾਰ ਤਾਂ ਪਹਿਲੇ ਦਿਨ ਨੂੰ ਹੀ ਨਹੀਂ ਸੰਘਰਸ਼ ਮੰਨਦੀ ਸੀ। ਲੋਕਾਂ ਨੇ ਸੰਘਰਸ਼ ਨੂੰ ਜਿਹੜਾ ਵਾ ਅਰਸ਼ਾਂ ਤੱਕ ਪਹੁੰਚਾਇਆ। ਇਹ ਸੰਗਤ ਦਾ ਸਹਿਯੋਗ ਆ, ਏਕੀ ਦਾ ਸਹਿਯੋਗ ਆ, ਸਾਡੇ ਆਗੂਆਂ ਦੀ ਸੂਝ-ਬੂਝ ਆ, ਨੌਜਵਾਨਾਂ ਦਾ ਸਾਥ ਆ। 26 ਜਨਵਰੀ ਨੂੰ ਬੇਸ਼ੱਕ ਥੋੜ੍ਹਾ ਜਿਹਾ ਉਤਰਾਅ ਚੜ੍ਹਾਅ ਆ, ਕਿਉਂਕਿ ਜੇਕਰ ਸਾਲ ਲੰਘਦਾ ਸਾਲ ਦੇ ਵਿੱਚ ਇੱਕ ਅੱਧਾ ਭੁਚਾਲ ਤੇ ਆਉਂਦਾ ਹੀ ਆ। ਭੁਚਾਲ ਆਉਣ ਦੇ ਨਾਲ ਇਹ ਥੋੜ੍ਹੀ ਵੀ ਘਰ ਬਣਨੇ ਬੰਦ ਹੋ ਜਾਂਦੇ ਨੇ। ਭੁਚਾਲ ਜ਼ਰੂਰ ਆਇਆ, ਉਹ ਜਿਹੜਾ ਸਾਡੇ ਅੰਦੋਲਨ ਦਾ, ਉਹ ਵੀ ਸਾਡੇ ਅੰਦੋਲਨ ਦਾ ਹਿੱਸਾ ਬਣ ਗਿਆ ਸੀਗਾ। ਇਵੇਂ ਲੱਗਦਾ ਸੀਗਾ ਵੀ ਜਿਵੇਂ 26 ਤੋਂ ਬਾਅਦ ਅੰਦੋਲਨ ਬੈਕਫੁੱਟ ਤੇ ਆ, ਪਰ ਸਾਡੀ ਸੂਝ-ਬੂਝ, ਨੌਜਵਾਨਾਂ ਦਾ ਸਾਥ ਜਿਹੜਾ ਅੱਜ ਸਾਡਾ ਸੰਘਰਸ਼ ਜਿਹੜਾ ਫਿਰ ਬੁਲੰਦੀਆਂ ਦੇ ਉੱਤੇ ਆ, ਉਹਨੂੰ ਉਹ 26 ਜਨਵਰੀ ਨੂੰ ਹਿੰਸਾ ਜਿਹੜੀ ਉਹ ਮੋਦੀ ਭਗਤ ਮੰਨਦੇ ਆ। ਅਸੀਂ ਹਿੰਸਾ ਹੁੱਸਾ ਨਹੀਂ ਮੰਨਦੇ। ਅਸੀਂ ਅੱਜ ਵੀ ਆਪਣੇ ਅੰਦੋਲਨ ਤੇ ਆਪਣੀ ਜ਼ੁਬਾਨ ਤੇ ਆਪਣੇ ਸ਼ਬਦਾਂ ਤੇ ਬਰਕਰਾਰ ਆ ਕਿ ਅਸੀਂ ਕਾਨੂੰਨ ਰੱਦ ਕਰਾਵਾਂਗੇ। MSP ਤੇ ਪੱਕਾ ਕਾਨੂੰਨ ਬਣਾ ਕੇ ਜਿਹੜਾ ਵਾਪਸ ਜਾਵਾਂਗੇ, ਨਹੀਂ ਤਾਂ ਦਿੱਲੀ ਨਹੀਂ ਆਉਂਦੇ। ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਕਿਸ ਤਰ੍ਹਾਂ ਤੁਸੀਂ ਕਿਸਾਨੀ ਸੰਘਰਸ਼ ਵੀ ਕਿੰਨਾ ਕੁ ਅਹਿਮ ਰੋਲ ਮੰਨਦੇ ਹੋ ਤੁਸੀਂ? ਨਹੀਂ, ਰੋਲ ਬਹੁਤ ਆ ਉਹਨਾਂ ਦਾ। ਰੋਲ ਜਿਹੜਾ ਅਹਿਮ ਰੋਲ ਮੰਨਿਆ ਗਿਆ। ਪਹਿਲੇ ਦਿਨ ਤੋਂ ਹੀ ਲੱਖਾ ਸਿਧਾਣਾ ਨੇ ਪਿੰਡ ਜਾ ਕੇ ਨੌਜਵਾਨਾਂ ਨੂੰ ਜਿਹੜਾ ਵਾ ਦਿੱਲੀ ਜਾਣ ਲਈ ਪ੍ਰੇਰਿਤ ਕੀਤਾ। ਦੀਪ ਸਿੱਧੂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਲੱਖੇ ਸਿਧਾਣੇ ਦਾ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਚੱਲਣਾ, ਵੱਡੇ ਕਾਫਲੇ ਦੇ ਵਿੱਚ ਜਿਹੜਾ ਵਾ ਦਿੱਲੀ ਨੂੰ ਜਾਣਾ, ਉਹ ਸਾਡੇ ਵਾਸਤੇ ਇੱਕ ਜਿਹੜਾ ਵਾ ਬਹੁਤ ਹੀ ਸ਼ਲਾਘਾਯੋਗ ਕਦਮ ਕਹਿ ਸਕਦੇ ਲੱਖੇ ਸਿਧਾਣੇ ਦਾ, ਕਿਉਂਕਿ ਇਸ ਸਮੇਂ ਨੌਜਵਾਨੀ ਉਹਦਾ ਬਹੁਤ ਸਾਥ ਦੇ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਮਹਾਰਾਜ ਦੇ ਵਿੱਚ ਉਹਦੇ ਹੱਕ ਦੇ ਵਿੱਚ ਰੈਲੀ ਹੋਈ, ਨੌਜਵਾਨਾਂ ਦਾ ਬਹੁਤ ਵੱਡਾ ਇਕੱਠ ਉੱਥੇ ਉਮੜਿਆ ਤੇ ਲੱਖੇ ਸਿਧਾਣੇ ਦਾ ਇੱਕ ਹੀ ਬਿਆਨ ਸੀਗਾ। ਉਹਦੀ ਆਪਾਂ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਥੋੜ੍ਹੀ ਉਸ ਬਿਆਨ ਦੀ, ਕਿਉਂਕਿ ਉਸ ਨੌਜਵਾਨ ਦੇ, ਉਸ ਲੱਖੇ ਦੇ ਬਿਆਨ ਦੇ ਜਿਹੜਾ ਨੌਜਵਾਨੀ ਨੂੰ ਕਿਤੇ ਨਾ ਕਿਤੇ
ਹੋਰ ਦੁੱਗਣਾ ਬਲ ਦੇ ਦਿੱਤਾ। ਉਹਨੇ ਕਿਹਾ ਵੀ ਅਸੀਂ ਜੇ ਕੋਈ ਸਾਡੇ ਕਿਸਾਨ ਸੰਘਰਸ਼ ਆਗੂਆਂ ਦਾ ਘਿਰਾਓ ਕਰਦਾ ਹੈ ਤੇ ਨੌਜਵਾਨ ਉਹਨਾਂ ਦੀ ਢਾਲ ਬਣਨਗੇ ਤੇ ਅਸੀਂ ਉਹਦੇ ਬਚਨਾਂ ਤੇ ਉਹਦੇ ਬੋਲਾਂ ਦੇ ਨਾਲ ਅਸੀਂ ਆਗੂਆਂ ਦਾ ਪੂਰਨ ਤੌਰ ਤੇ ਸਾਥ ਦੇ ਰਹੇ ਹਾਂ। ਅਸੀਂ ਆਗੂਆਂ ਦਾ ਸਾਥ ਦੇ ਰਹੇ ਹਾਂ, ਨੌਜਵਾਨੀ ਦਾ ਤੇ ਆਗੂਆਂ ਦਾ ਇੱਕ ਇਹੀ ਮਿਸ਼ਰਣ ਆ ਜਿਹੜਾ ਸਾਡੇ ਸੰਘਰਸ਼ ਨੂੰ ਇੰਨਾ ਲੰਮਾ ਲੈ ਕੇ ਚੱਲ ਗਿਆ। ਪਰ ਕੁਝ ਜਿਹੜੇ ਕਿਸਾਨ ਆਗੂ ਨੇ ਉਹ ਵੀ ਕਹਿ ਰਹੇ ਨੇ ਵੀ ਲੱਖਾ ਸਿਧਾਣਾ ਤੇ ਜਿਹੜੇ ਦੀਪ ਸਿੱਧੂ ਆ ਉਹਦਾ ਜਿਹੜਾ ਵਾ ਕਿਸਾਨੀ ਸੰਘਰਸ਼ ਨਾਲ ਕੋਈ ਰੋਲ ਨਹੀਂ ਆ, ਉਹ ਇੱਕ ਵੱਖਰੀ ਚੀਜ਼ਾਂ ਲਗਾ ਰਹੇ ਸੀ, ਸਾਡੇ ਨਾਲ ਉਹਨਾਂ ਦਾ ਕੋਈ ਨਹੀਂ ਹੈਗਾ। ਤੁਹਾਡਾ ਦੇ ਬਾਰੇ ਕੀ ਕਹਿਣਾ? ਵੇਖੋ ਜੀ, ਜਿਹੜੇ ਇਹੋ ਜਿਹੇ ਬਿਆਨ ਆਉਂਦੇ ਆ, ਚਲੋ ਬਿਆਨ ਪਹਿਲਾਂ ਆਏ ਸੀ ਸ਼ੁਰੂ ਦੇ ਵਿੱਚ, ਲੱਖਾ ਸਿਧਾਣਾ ਦੀਪ ਸਿੱਧੂ ਦੇ ਬਾਰੇ ਬਿਆਨ ਆਏ ਸੀ, ਪਰ ਬਿਆਨ ਆਉਣ ਦੇ ਬਾਅਦ ਆ ਸਟੇਟ ਤੋਂ ਇਹ ਵੀ ਅਨਾਉਂਸ ਹੋਇਆ ਸੀ ਕਿ ਲੱਖਾ ਸਿਧਾਣਾ ਸਾਡਾ ਪੁੱਤਰ। ਉਹ ਵੀ ਸਾਡੇ ਆਗੂਆਂ ਦਾ ਬੋਲ ਸੀ, ਕਿਉਂਕਿ ਗੁੱਸੇ ਦੇ ਵਿੱਚ ਕਿਤੇ ਨਾ ਕਿਤੇ ਘਰ ਦੇ ਵਿੱਚ ਵੀ ਕੋਈ ਗੱਲ ਹੋਵੇ ਤੇ ਘਰ ਦੇ ਵਿੱਚੋਂ ਵੀ ਮੂੰਹ ਦੇ ਵਿੱਚੋਂ ਕਿਸੇ ਵੇਲੇ ਜਾਂ ਗਾਲ ਨਿਕਲ ਜਾਣੀ, ਅਪਸ਼ਬਦ ਬੋਲਿਆ ਜਾਣਾ ਜਾਂ ਕਿਸੇ ਨੂੰ ਮਾੜਾ ਕਹਿ ਦੇਣਾ, ਪਰ ਬਾਅਦ ਦੇ ਵਿੱਚ ਸੋਚ ਵਿਚਾਰ ਹੁੰਦੀ ਵੀ ਨਹੀਂ ਯਾਰ ਉਹ ਤਾਂ ਬੰਦਾ ਸਹੀ ਆ, ਉਹਦੇ ਤੇ ਜਿਹੜਾ ਪਛਤਾਵਾ ਵੀ ਕੀਤਾ ਜਾਂਦਾ, ਫਿਰ ਉਹਨੂੰ ਸਾਥ ਵੀ ਲੈ ਕੇ ਚੱਲਿਆ ਜਾਂਦਾ। ਉਹਨਾਂ ਬਿਆਨਾਂ ਨੂੰ ਅਸੀਂ ਜ਼ਿਆਦਾ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦੇ, ਅਸੀਂ ਇਸੇ ਤੇ ਸਪਸ਼ਟੀਕਰਨ ਦੇਣਾ ਚਾਹੁੰਦੇ ਕਿ ਸਾਡਾ ਏਕਾ ਅੱਜ ਵੀ ਬਰਕਰਾਰ ਆ, ਆਗੂਆਂ ਦਾ ਤੇ ਨੌਜਵਾਨਾਂ ਦਾ ਏਕਾ ਜਿਹੜਾ ਅਜੇ ਬਰਕਰਾਰ ਹੈ, ਉਸੇ ਦੇ ਲਈ ਤੇ ਹੀ ਅਸੀਂ ਜੰਗ ਜਿੱਤਾਂਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਸਾਡੇ ਨਾਲ ਜਿਹੜੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਕਿ ਚੱਬਾ ਪਿੰਡ ਅੰਮ੍ਰਿਤਸਰ ਦਾ ਵਾ, ਉਹਨਾਂ ਉੱਥੋਂ ਜਿਹੜੀ ਆ ਕਿਸਾਨਾਂ ਵਾਸਤੇ ਜਿਹੜੀ ਆ ਖਾਸ ਗਰਮੀਆਂ ਕਰਕੇ ਜਿਹੜੀ ਆ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਆ ਟਰਾਲੀ ਮੋਡੀਫਾਈ ਕਰਕੇ ਜਿਹੜੀ ਆ ਜਿਸ ਵਿੱਚ ਏਸੀ ਲਗਾਏ ਗਏ ਨੇ। ਬਕਾਇਦਾ ਤੁਸੀਂ ਦੇਖਿਆ ਕਿਸ ਤਰ੍ਹਾਂ ਤਸਵੀਰਾਂ ਵਿੱਚ ਦੋ ਏਸੀ ਲਗਾਏ ਗਏ, ਸਪਿਲਟ ਤੇ ਵਿੰਡੋ ਏਸੀ ਲਗਾਏ ਗਏ ਨੇ ਅਤੇ ਮੱਛਰਦਾਨੀਆਂ ਤੇ ਹੋਰ ਜਿਹੜਾ ਵਾ ਪਾਣੀ ਜਿਹੜੀਆਂ ਪੀਣ ਦੀਆਂ ਬੋਲਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਵਾ। ਅਤੇ ਉਹਨਾਂ ਕਿਹਾ ਵੀ ਕਿਸਾਨੀ ਸੰਘਰਸ਼ ਜਿਹੜਾ ਵਾ ਇਹਨੂੰ ਹੋਰ ਜਿਹੜਾ ਤੇਜ਼ ਕੀਤਾ ਜਾਊਗਾ, ਕਿਸਾਨ ਕਿਸੇ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ। ਤੇ ਹੁਣ ਗੱਲਬਾਤ ਕਰਾਂਗੇ ਸਾਡੇ ਨਾਲ ਜਿੱਥੇ ਬਜ਼ੁਰਗ ਸਾਡੇ ਨਾਲ ਕਿਸਾਨ ਆਗੂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਹੜੀ ਟਰਾਲੀ ਜਿਹੜੀ ਹੈ ਇਹ ਮੋਡੀਫਾਈਡ ਕੀਤੀ ਗਈ ਆ, ਇਹ ਜਿਸ ਤਰ੍ਹਾਂ ਅੱਗੇ ਅਸੀਂ ਸਰਦੀਆਂ ਦੇ ਵਿੱਚ ਆਪਣੇ ਕਿਸਾਨਾਂ ਵਾਸਤੇ ਬਜ਼ੁਰਗਾਂ ਵਾਸਤੇ ਬਹੁਤ ਬਹੁਤ ਵਧੀਆ ਕੰਬਲ ਲੈ ਕੇ ਗਏ ਹਾਂ, ਬੜੇ ਬੜੇ ਰਜਾਈਆਂ ਦਾ ਬਿਸਤਰਿਆਂ ਦਾ ਪ੍ਰਬੰਧ ਕੀਤਾ ਸੀ ਕਿ ਸਾਡੇ ਜਿਹੜੇ ਬਜ਼ੁਰਗ ਸਾਡੇ ਨਾਲ ਗਏ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਠੰਡ ਦੀ ਕੋਈ ਪ੍ਰੋਬਲਮ ਨਾ ਆਵੇ, ਕਿਸੇ ਵੀ ਤਰ੍ਹਾਂ ਦਾ ਉਹ ਸਾਰਾ ਹੀ ਅਰੇਂਜਮੈਂਟ ਉਦੋਂ ਕਰਕੇ ਗਏ ਹਾਂ। ਹੁਣ ਵੀ ਸਾਡੇ ਨਾਲ ਵੱਡੀ ਤਾਦਾਦ ਦੇ ਵਿੱਚ ਸਾਡੇ ਬਜ਼ੁਰਗ ਜਾ ਰਹੇ ਆ, ਨੌਜਵਾਨ ਜਾ ਰਹੇ ਆ, ਉਹਨੂੰ ਮੁੱਖ ਰੱਖਦੇ ਹੋਇਆ ਵੀ ਸਾਡੇ ਜਿਹੜੇ ਘਰਾਂ ਦੇ ਵਿੱਚ ਏਸੀ ਲੱਗੇ ਸੀ, ਜਦੋਂ ਅਸੀਂ ਆਪ ਜਾ ਕੇ ਦਿੱਲੀ ਉੱਥੇ ਬੈਠ ਜਾਣਾ ਵਾ ਤੇ ਸਾਡੇ ਏਸੀ ਅਤੇ ਘਰਾਂ 'ਚ ਕੀ ਕਰਨਗੇ। ਅਸੀਂ ਜਦੋਂ ਘਰਾਂ ਦੇ ਆਪਣੇ ਦਰਵਾਜ਼ੇ ਬੰਦ ਕਰਕੇ ਸਾਰਾ ਪਰਿਵਾਰਾਂ ਸਮੇਤ ਅਸੀਂ ਦਿੱਲੀ ਜਾ ਰਹੇ ਆ, ਇਸ ਕਰਕੇ ਜਿਹੜੇ ਏਸੀ ਆ ਜਾਂ ਪੱਖੇ ਆ ਜਾਂ ਇਨਵੈਟਰ ਆ 8-8 ਪਲੱਗ ਲਾਏ ਆ, ਉਹ ਜੋ ਸਾਰਾ ਪ੍ਰਬੰਧ ਕਰਕੇ ਜਾ ਰਹੇ ਆ। ਤੇ ਏਸੀ ਵੀ ਇਸੇ ਕਰਕੇ ਖੜ ਰਹੇ ਆ ਵੀ ਜੇ ਸਾਡੇ ਬਜ਼ੁਰਗਾਂ ਨੂੰ ਕਿਸੇ ਕਿਸਮ ਦੀ ਕੋਈ ਗਰਮੀ ਨਾ ਲੱਗੇ, ਜੇ ਲੋੜ ਅਨੁਸਾਰ ਆ ਤਾਂ ਅਸੀਂ ਪੱਖਾ ਚਲਾ ਲਵਾਂਗੇ, ਜੇ ਲੋੜ ਹੋਗੀ ਤਾਂ ਅਸੀਂ ਏਸੀ ਚਲਾਵਾਂਗੇ ਕਿ ਸਾਡੇ ਬਜ਼ੁਰਗਾਂ ਨੂੰ ਸਾਡੇ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦੀ ਉੱਥੇ ਕੋਈ ਪਰੇਸ਼ਾਨੀ ਨਾ ਆਵੇ। ਮੈਨੂੰ ਦੱਸੋ ਵੀ ਪਿੰਡ ਵਾਸੀਆਂ ਵਾਸਤੇ ਜਿਹੜੇ ਲੋਕ ਨੇ ਕਿੰਨਾ ਕੁ ਉਤਸ਼ਾਹ ਲੋਕਾਂ ਵਿੱਚ ਜਿਹੜਾ ਦਿੱਲੀ ਜਾਣ ਵਿੱਚ? ਵੇਖੋ ਜੀ, ਸਾਡੇ ਜਿਹੜੇ ਚੱਬੇ ਪਿੰਡ ਦੀ ਖਾਸ ਗੱਲ ਆ, ਸਾਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਪੰਜਾਬ, ਇਹ ਸਾਡੀ ਜਥੇਬੰਦੀ ਜਿਹੜੀ ਘੱਟ ਤੋਂ ਘੱਟ 20 ਸਾਲ ਹੋ ਗਏ ਇਹਨੂੰ ਚਾਲੂ ਹੋਈ ਨੂੰ, ਤੇ ਸਾਡੇ ਚੱਬੇ ਪਿੰਡ ਤੋਂ ਬਹੁਤ ਜ਼ਿਆਦਾ ਇਹਦਾ ਮੁੱਢ ਆ। ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦਫ਼ਤਰ ਵੀ ਇੱਥੇ, ਹੈੱਡਕੁਆਟਰ ਵੀ ਸਾਡੇ ਇੱਥੇ ਚੱਬੇ ਪਿੰਡ 'ਚ ਹੀ ਆ। ਸਾਡੇ ਜਿੰਨੇ ਵੀ ਕਿਸਾਨ ਆ, ਨੌਜਵਾਨ ਪੀੜ੍ਹੀ ਆ, ਸਾਡੇ ਸਭ ਤੋਂ ਪਹਿਲਾਂ ਚੱਬਾ ਪਿੰਡ ਜਿਹੜਾ ਸਭ ਤੋਂ ਹਰ ਗੱਲ ਤੇ ਪ੍ਰੈਸਰਾਂ ਦੇ ਮੂਹਰੇ ਵੀ ਆਉਂਦਾ, ਹਰ ਤਰ੍ਹਾਂ ਦੇ ਮਤਲਬ ਕੋਈ ਵੀ ਘੋਲ ਹੋਵੇ, ਕੋਈ ਰੋਡ ਜਾਮ ਕਰਨਾ ਹੋਵੇ, ਕੋਈ ਪੁਤਲਾ ਫੂਕਣਾ ਹੋਵੇ, ਕਿਸੇ ਵੀ ਤਰ੍ਹਾਂ ਦਾ ਕੰਮ ਹੈ, ਸਾਡਾ ਚੱਬਾ ਪਿੰਡ ਜਿਹੜਾ ਵੱਧ ਤੋਂ ਵੱਧ ਹਜ਼ਾਰਾਂ ਦੇ ਸਮਾਂ ਦੇ ਵਿੱਚ ਇਕੱਠ ਕਰਕੇ ਅਸੀਂ ਉੱਥੇ ਪੁਤਲੇ ਫੂਕਦੇ ਹਾਂ। ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਸਾਡੇ ਪਿੰਡ ਵਾਸੀ ਜਿਹੜੇ ਆ। ਹੁਣ ਵੀ ਸਾਡੇ ਪਿੰਡ ਵਾਸੀ ਕਿਸੇ ਵੀ ਤਰ੍ਹਾਂ ਦੀ ਫੰਡ ਦੀ ਕਮੀ ਨਹੀਂ ਆਉਣ ਦੇਣ ਡੇ, ਕਿਸੇ ਵੀ ਰਾਸ਼ਨ ਦੀ ਕਮੀ ਨਹੀਂ ਆਉਣ ਦਿੰਦੇ। ਜਨਤਾ ਜਿੱਥੇ ਵੀ ਕਿਤੇ ਜਾਣਾ ਹੋਵੇ ਬੜੀ, ਇਹ ਸਾਡਾ ਪਿੰਡ ਜਿਹੜਾ ਸਾਰੇ ਤਰ੍ਹਾਂ ਦਾ ਮੋਹਰੀ ਹੋ ਕੇ ਅੱਗੇ ਜਾਂਦਾ ਵਾ ਤੇ ਅੱਗੇ ਵੀ ਜਾਂਦਾ ਰਹੇਗਾ। ਹੁਣ ਵੀ ਅੱਗੇ ਸ਼ਿਫਟਾਂ ਦੇ ਵਿੱਚ ਗਏ ਆ, ਹੁਣ ਵੀ ਸਾਡਾ ਪਿੰਡ ਬਹੁਤ ਮੋਹਰੀ ਆ। ਵੱਡੀ ਤਾਦਾਦ ਦੇ ਵਿੱਚ ਜਿਹੜੇ ਚੱਬੇ ਪਿੰਡ ਤੋਂ ਜਿਹੜੇ ਕਿਸਾਨ ਨੌਜਵਾਨ ਸਾਡੇ ਜਿਹੜੇ ਬੀਬੀਆਂ ਭੈਣਾਂ ਵੀ ਉਹ ਵੀ ਜਾਂਦੀਆਂ ਤੇ ਹੁਣ ਵੀ ਜਾ ਰਹੇ ਆ ਜੀ। ਕੀ ਕਹਿਣਾ ਚਾਹੋਗੇ? ਪਹਿਲਾਂ ਜਦੋਂ ਠੰਡ ਪੈ ਰਹੀ ਸੀ, ਮੋਦੀ ਸਰਕਾਰ ਉਹ ਵੀ ਕਿਹਾ ਜਾਂਦਾ ਵੀ ਠੰਡ ਬਹੁਤ ਪੈ ਰਹੀ ਹੈ, ਸ਼ਾਇਦ ਕਿਸਾਨ ਵਾਪਸ ਚਲੇ ਜਾਣਗੇ, ਪਰ ਹੁਣ ਗਰਮੀ ਜਿਹੜੀ ਹੈ ਸ਼ੁਰੂ ਹੋ ਗਈ। ਹੁਣ ਕਿਹਾ ਜਾਂਦਾ ਵੀ ਗਰਮੀ ਬੜੀ ਪੈ ਰਹੀ ਆ, ਕਿਸਾਨਾਂ ਕੋਲ ਜਿਹੜੀ ਗਰਮੀ ਝੱਲੀ ਨਹੀਂ ਜਾਣੀ, ਉਹ ਤਾਂ ਵਾਪਸ ਚਲੇ ਜਾਣਗੇ। ਤੁਹਾਡਾ ਕਹਿਣਾ ਹੈ? ਬਿਲਕੁਲ ਗਲਤ ਗੱਲ ਹੈ ਜੀ। ਮੋਦੀ ਨੂੰ ਇਸ ਗੱਲ ਦਾ ਭੁਲੇਖਾ ਵਾ ਜੀ। ਜਿਹੜੇ ਕਿਸਾਨ, ਜਿਸ ਤਰ੍ਹਾਂ ਮੋਦੀ ਨੂੰ ਪਹਿਲਾਂ ਸਟਾਰਟਿੰਗ ਦੀ ਗੱਲ ਹੈ, ਮੋਦੀ ਨੂੰ ਇਹ ਵੀ ਇੱਥੇ ਜਿਹੜੇ ਕਿਸਾਨ ਆਣ ਕੇ ਬਹਿ ਗਏ ਆਣ ਕੇ ਇੱਥੇ ਤੇ ਪਾਣੀ ਦਾ ਘੁੱਟ ਨਹੀਂ ਮਿਲਣਾ, ਤੇ ਸਾਨੂੰ ਸਾਡੇ ਕਿਸਾਨਾਂ ਨੇ, ਸਾਡੇ ਨੌਜਵਾਨ ਨੇ, ਸਾਡੇ ਹਰਿਆਣੇ ਵਾਲੇ ਭਰਾਵਾਂ ਨੇ, ਕਿ ਸਾਡੇ ਜਿੰਨੇ ਆਲ ਵਰਲਡ ਦੇ ਜਿੰਨੇ ਸਾਡੇ ਕਿਸਾਨ ਭਾਰਤ ਦੇ ਰਹੇ ਆ, ਉਹਨਾਂ ਸਾਰਿਆਂ ਨੇ ਪਾਣੀ ਕੀ ਸਾਨੂੰ ਦੁੱਧ ਦੇ ਸਮੁੰਦਰ ਨਦੀਆਂ ਵਗਾ ਛੱਡੀਆਂ। ਇਹ ਦੇਸੀ ਘਿਓ ਦੀਆਂ ਤੇ ਹਰ ਚੀਜ਼ ਤਰ੍ਹਾਂ ਪਦਾਰਥ ਚੱਲਣ ਡਏ ਆ। ਹੁਣ ਵੀ ਦੇਸੀ ਘਿਓ ਦੇ ਹਰ ਇੱਕ ਚੀਜ਼ ਉੱਥੇ ਬਣ ਰਹੀ ਆ। ਸੰਤ ਮਹਾਂਪੁਰਖ ਜਿਹੜਾ ਸਾਡਾ ਬੜਾ ਵੱਡਾ ਸਹਿਯੋਗ ਦੇ ਰਹੇ ਆ, ਉਹਨਾਂ ਦਾ ਅਸੀਂ ਸਾਰੇ ਬਹੁਤ ਬਹੁਤ ਧੰਨਵਾਦ ਕਰਨੇ ਆ। ਜਿੰਨਾ ਵੀ ਸਾਡੇ ਮੀਡੀਆ ਵਾ, ਸਾਡਾ ਮੀਡੀਆ ਨੇ ਸਾਡੇ ਦੇਸ਼ਾਂ ਵਿਦੇਸ਼ਾਂ ਤੱਕ, ਸਾਡੇ ਪੰਜਾਬ ਕੀ ਹਰ ਤਰ੍ਹਾਂ ਦੇ ਘਰ ਘਰ ਸਾਡੇ ਮੀਡੀਆ ਜਿਹੜੇ ਵਿਚਾਰੇ ਨੇ ਸਾਡੇ ਨਾਲ, ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸਾਨ ਉੱਥੇ ਡਟੇ ਹੋਏ ਆ, ਸਾਡੇ ਨੌਜਵਾਨ ਡਟੇ, ਸਾਡੀਆਂ ਬੀਬੀਆਂ ਭੈਣਾਂ ਡਟੀਆਂ, ਉਸੇ ਤਰ੍ਹਾਂ ਜਿੰਨਾ ਵੀ ਸਾਡੇ ਪੰਜਾਬ ਦਾ ਮੀਡੀਆ ਜਿਹੜਾ ਤੇ ਸਾਡੇ ਨਾਲ ਡਟਿਆ ਹੋਇਆ। ਸਾਨੂੰ ਆਪਣੇ ਮੀਡੀਆ ਤੇ ਸਾਡੇ ਪੰਜਾਬ ਦੇ ਮੀਡੀਆ ਵਾਸਤੇ ਬਹੁਤ ਜ਼ਿਆਦਾ ਮਾਣ ਹੈ ਜੀ, ਤੇ ਸਾਡੀ ਘਰ ਘਰ ਜਿਹੜੀ ਉਹ ਗੱਲ ਪਹੁੰਚਾ ਰਿਹਾ। ਅਸੀਂ ਸਾਰੇ ਮੀਡੀਆ ਦਾ, ਇਹਨਾਂ ਦਾ, ਹਰ ਚੈਨਲ ਦਾ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਜੀ। ਠੀਕ ਹੈ, ਲਾਸਟ ਵਾਲਾ ਜੀ, ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਹਜੇ ਤੱਕ ਦਿੱਲੀ ਨਹੀਂ ਜਾ ਚੁੱਕੇ ਜਾਂ ਕਿਸੇ ਵਜ੍ਹਾ
ਵਜ੍ਹਾ ਕਾਰਨ ਕੀ ਕਹਿਣਾ ਚਾਹੋਗੇ? ਵੇਖੋ ਜੀ, ਕਈ ਵਾਰੀ ਘਰਾਂ ਦੀ ਕਈਆਂ ਦੀ ਮਜਬੂਰੀਆਂ ਹੁੰਦੀਆਂ, ਪਰ ਅਸੀਂ ਸਾਰੇ ਜਿੰਨੇ ਵੀ ਸਾਡੇ ਕਿਸਾਨ ਆ, ਸਾਡੇ ਨੌਜਵਾਨ ਆ, ਉਹਨਾਂ ਸਾਰਿਆਂ ਨੂੰ ਅਸੀਂ ਅਪੀਲ ਕੀਤੀ ਆ, ਬੇਨਤੀ ਕਰਦੇ ਵੀ ਸਾਰਿਆਂ ਨੂੰ ਸੰਘਰਸ਼ ਦੇ ਵਿੱਚ ਕੁੱਦਣਾ ਚਾਹੀਦਾ, ਉੱਥੇ ਜਾਣਾ ਚਾਹੀਦਾ। ਪਰ ਜਿਹੜਾ ਕੋਈ ਨਹੀਂ ਜਾ ਸਕਿਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਵੀ ਇਹ ਸਾਰਿਆਂ ਦਾ ਕੰਮ ਹੈ, ਇਕੱਲੇ ਕਿਸਾਨਾਂ ਦਾ ਜਾਂ ਨੌਜਵਾਨਾਂ ਦਾ, ਹਰ ਦੁਕਾਨਦਾਰ ਦਾ, ਕਿਸਾਨ ਦਾ, ਮਜ਼ਦੂਰ ਦਾ, ਆੜ੍ਹਤੀਆ ਵਾ, ਦੁਕਾਨਦਾਰ, ਕਿਸੇ ਵੀ ਤਰ੍ਹਾਂ ਹਰ ਕਿਸੇ ਦਾ ਇਸ ਗੱਲ ਦਾ ਨੁਕਸਾਨ ਹੋਊਗਾ। ਤੇ ਪਤਾ ਵੀ ਇਹਨਾਂ ਨੂੰ ਨੁਕਸਾਨ ਹੋ ਰਿਹਾ, ਪਰ ਸਾਰੇ ਜਿਹੜੇ ਸਾਡਾ ਸਹਿਯੋਗ ਬਹੁਤ ਜ਼ਿਆਦਾ ਦੇ ਰਹੇ ਆ। ਤੇ ਚਲੋ ਕਈ ਵਾਰੀ ਕਿਸੇ ਦੀਆਂ ਮਜਬੂਰੀਆਂ ਹੁੰਦੀਆਂ, ਕਿਸੇ ਵੇਲੇ ਕੋਈ 2 ਵਾਰੀ ਚਲ ਗਿਆ, 3 ਵਾਰੀ ਚਲ ਗਿਆ, 1 ਵਾਰੀ ਨਹੀਂ ਜਾ ਸਕਦਾ, ਉਸ ਗੱਲ ਦੀ ਨਹੀਂ ਕੋਈ। ਬਾਕੀ ਸਾਰਾ ਮੁਲਕ ਸਾਡੇ ਨਾਲ ਆ, ਸਾਡੀਆਂ ਬੀਬੀਆਂ ਭੈਣਾਂ ਕਿ ਸਾਰਾ ਆਲ ਵਰਲਡ ਜਿਹੜਾ, ਇਹ ਨਹੀਂ ਇਕੱਲੇ ਪੰਜਾਬ ਦਾ ਮੁੱਦਾ ਰਹਿ ਗਿਆ ਜਾਂ ਹਰਿਆਣੇ ਦਾ ਵਾ, ਇਹ ਪੂਰੇ ਭਾਰਤ ਦਾ ਮੁੱਦਾ ਬਣ ਚੁੱਕਾ ਵਾ, ਪੂਰੇ ਆਲ ਵਰਲਡ 'ਚ ਬਣ ਚੁੱਕਾ ਵਾ। ਸਾਡੇ ਜਿੰਨੇ ਵੀ ਬਾਹਰਲੇ NIL ਵੀਰ ਬੈਠੇ ਆ, ਸਾਡਾ ਬਹੁਤ ਜ਼ਿਆਦਾ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ। ਅਸੀਂ ਸਾਰਿਆਂ ਵੀਰਾਂ ਦਾ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਅਸੀਂ ਕਿ ਜਿਹੜੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜਾ ਕਿ ਚੱਬਾ ਪਿੰਡ ਅੰਮ੍ਰਿਤਸਰ ਦਾ ਵਾ, ਉੱਥੋਂ ਜਿਹੜਾ ਕਿ ਵੱਡੀ ਤਾਦਾਦ ਵਿੱਚ ਜਿਹੜਾ ਵਾ ਕਾਫਲਾ ਜਿਹੜਾ ਵਾ ਕੱਲ੍ਹ ਨੂੰ ਰਵਾਨਾ ਹੋਵੇਗਾ। ਅਤੇ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀਆਂ ਟਰਾਲੀਆਂ ਵਾ ਮੋਡੀਫਾਈ ਕਰਕੇ ਜਿਹੜੀਆਂ ਉਹਨਾਂ ਵਿੱਚ AC ਲਗਾਏ ਗਏ ਨੇ, ਅਤੇ ਪਾਣੀ ਦੀਆਂ ਬੋਤਲਾਂ, ਮੱਛਰਦਾਨੀ, ਅੰਬਲ, ਹਰ ਕਿਤਾ ਜਿਹੜਾ ਗਰਮੀ ਤੋਂ ਰਾਹਤ ਪੈਣ ਪਾਉਣ ਵਾਸਤੇ ਜਿਹੜਾ ਖਾਸ ਪ੍ਰਬੰਧ ਕੀਤਾ ਗਿਆ ਵਾ। ਅਤੇ ਉਹਨਾਂ ਕਿਹਾ ਵੀ ਇਸੇ ਤਰ੍ਹਾਂ ਜਿਹੜਾ ਸਾਡਾ ਸੰਘਰਸ਼ ਚੱਲਦਾ ਰਹੇਗਾ ਜਿੰਨਾ ਚਿਰ ਮੋਦੀ ਸਰਕਾਰ ਜਿਹੜੀ ਆ ਉਹ ਕਾਲੇ ਬਿੱਲ ਕਾਨੂੰਨ ਜਿਹੜੇ ਰੱਦ ਨਹੀਂ ਕਰਦੀ। ਅੰਮ੍ਰਿਤਸਰ ਤੋਂ ਏਕਮ TV ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।